कोट ब्रह्मांड को ठाकुर स्वामी। कोट ब्रह्मांड को ठाकुर स्वामी। सर्ब जियां का दाता रे। प्रतपालै नित सार संभालै। प्रतपालै नित सार संभालै। एक गुण नहीं मूर्ख जाता रे। हरि आराध न जाना हरे। हर हर गुर गुर करता रे। हर जियो नाम परियो रामदास। हरि आराध न जाना हरे। हर हर गुर गुर करता रे। हर जियो नाम परियो रामदास। गही बहोड़ बंदी छोड़। निरंकार दुखदारी। कर्म न जाना धर्म न जाना। लोभी माया तारी। कर्म न जाना धर्म न जाना। लोभी माया तारी। नाम परियो भगत गोबिंद का। एह राखो पैज तुम्हारी। हर जी निमाणिया तू मान। न चीजिया चीज करे मेरा गोबिंद। तेरी कुदरत को कुर्बान। हर जी निमाणिया तू मान। न चीजिया चीज करे मेरा गोबिंद। तेरी कुदरत को कुर्बान। तेरे कवन कवन गुण कह गावा। तू साहिब गुणी निदाना। तुम्हारी महिमा बरन ना सकूं। तू ठाकुर ऊच भगवाना। तुम्हारी महिमा बरन न सकूं। तू ठाकुर ऊच भगवाना। जुगो जुग अटल सतगुरु गुरगद्दी ते सुभाईमान दसां पातशाहियां दी जोत गरीब नवाज सतगुरु साहिब श्री गुरु ग्रंथ साहिब जी महाराज जी दी पावन और पवित्र मुबारक अमृतमयी हजूरी विखे जुड़ मिल बैठी सन्मान सत्कारयोग गुरु रूप साध संगत। सतगुरु जी ने बेअंत रहमतां बख्शिशां वरताइयां हन। गुरु की हजूरी विखे जुड़ बैठण दा सुभाग समा बख्शिया। अपनी पावन हजूरी
ਪਾਵਨ ਗੋਦ ਪਾਵਨ ਦਰਬਾਰ ਦੀ ਦਾਤ ਬਖਸ਼ੀ। ਔਰ ਗੁਰੂ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਬਹੁਤ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ। ਕੀਰਤਨ ਸਾਡੀ ਰੂਹ ਦੀ, ਸਾਡੀ ਆਤਮਾ ਦੀ ਖੁਰਾਕ ਹੈ। ਕੀਰਤਨ ਦੇ ਰਾਹੀਂ ਜਿੱਥੇ ਮਨ ਦੀ ਇਕਾਗਰਤਾ ਬਣਦੀ ਹੈ, ਉੱਥੇ ਇਸ ਮਨ ਨੂੰ ਵਿਗਾਸ ਖੇੜੇ ਦੀ ਦਾਤ ਮਿਲਦੀ ਹੈ। ਸਾਡੀ ਬਾਣੀ ਦੇ ਨਾਲ ਸਾਂਝ ਬਣਦੀ ਹੈ ਕੀਰਤਨ ਦੇ ਰਾਹੀਂ। ਤੇ ਗੁਰੂ ਕਾ ਸਿੱਖ ਕਿਤੇ ਵੀ ਹੋਏ, ਉਹਦੇ ਲਈ ਜ਼ਰੂਰੀ ਹੈ ਉਹ ਗੁਰਬਾਣੀ ਦੇ ਨਾਲ ਜੁੜੇ, ਬਾਣੀ ਕੀਰਤਨ ਦੇ ਨਾਲ ਜੁੜੇ, ਬਾਣੀ ਵਿਚਾਰ ਦੇ ਨਾਲ ਜੁੜੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਵਰਤਦੀਆਂ ਨੇ ਆਪਾਂ ਰੋਜ਼ ਗੁਰੂ ਚਰਨਾਂ 'ਚ ਜੁੜ ਮਿਲ ਬੈਠ ਕੀਰਤਨ ਦਾ ਆਨੰਦ ਮਾਣਦੇ ਹਾਂ। ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੀ ਜੋ ਲੜੀ ਸਤਿਗੁਰੂ ਜੀਆਂ ਦਾ ਓਟ ਆਸਰਾ ਲੈ ਕੇ ਆਪਾਂ ਆਰੰਭ ਕੀਤੀ ਹੈ, ਉਹ ਵਿਚਾਰ ਦੀ ਲੜੀ 'ਚ ਆਪਣੀਆਂ ਮਨ ਬਿਰਤੀਆਂ ਨੂੰ, ਸੁਰਤ ਬਿਰਤੀਆਂ ਨੂੰ ਜੋੜੀਏ। ਤੇ ਜੋ ਗੁਰ ਸਾਗਰ ਰਤਨੀ ਭਰਪੂਰੇ ਹੈ, ਉਹ ਗੁਰੂ ਰੂਪੀ ਸਾਗਰ 'ਚੋਂ, ਗੁਰੂ ਰੂਪੀ ਸਮੁੰਦਰ 'ਚੋਂ ਜੋ ਗੁਰੂ ਕੇ ਉਪਦੇਸ਼ ਰੂਪੀ ਰਤਨ ਹਨ, ਉਹਨਾਂ ਨੂੰ ਜਗਿਆਸੂ ਬਣ ਕੇ, ਹੰਸ ਤੇ ਪਰਮ ਹੰਸ ਬਣ ਕੇ ਗ੍ਰਹਿਣ ਕਰਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ। ਪਾਵਨ ਬਾਣੀ ਸਹਿਸਕ੍ਰਿਤੀ ਦੀ ਲੜੀਵਾਰ ਵਿਚਾਰ ਆਪ ਜੀ ਗੁਰੂ ਚਰਨਾਂ 'ਚ, ਗੁਰੂ ਦਰਬਾਰ 'ਚ ਜੁੜ ਮਿਲ ਬੈਠ ਸ਼ਰਵਣ ਕਰਦੇ ਹੋ। ਔਰ ਇਸ ਬਾਣੀ ਦੇ ਜਿਹੜੇ ਉਚਾਰਨ ਪੱਖੋਂ ਕੁਝ ਔਖੇ ਸ਼ਬਦ ਹਨ, ਉਹਨਾਂ ਦਾ ਆਪਾਂ ਉਚਾਰਨ ਕਿੱਦਾਂ ਕਰਨਾ ਹੈ, ਇਹ ਵੀ ਆਪਾਂ ਰੋਜ਼ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਵਿਸ਼ਰਾਮ ਕਿੱਥੇ ਲੱਗਣਾ ਹੈ, ਕਿਉਂਕਿ ਇੱਕ ਤੇ ਸ਼ਬਦ ਦਾ ਸਹੀ ਉਚਾਰਨ ਤੇ ਦੂਜੇ ਨੰਬਰ 'ਤੇ ਸ਼ਬਦ ਦਾ ਸਹੀ ਵਿਸ਼ਰਾਮ, ਇਹ ਸ਼ਬਦ ਦੀ ਅਰਥ ਵਿਆਖਿਆ ਦਾ ਮੂਲ ਹਨ। ਜਿਹੜਾ ਸ਼ਬਦ ਆਪਾਂ ਪੜ੍ਹਾਂਗੇ ਹੀ ਸਹੀ ਤਰੀਕੇ ਦੇ ਨਾਲ ਨਹੀਂ, ਉਹ ਸ਼ਬਦ ਦੇ ਅਰਥ ਦਾ ਸਾਨੂੰ ਕਿੱਦਾਂ ਪਤਾ ਲੱਗੇਗਾ। ਜਿਹੜੀ ਪੰਕਤੀ ਦਾ ਆਪਾਂ ਵਿਸ਼ਰਾਮ ਹੀ ਸਹੀ ਤਰੀਕੇ ਦੇ ਨਾਲ ਨਾ ਸਕੇ, ਤੇ ਫਿਰ ਉਹ ਪੰਕਤੀ ਦੇ ਸਾਨੂੰ ਅਰਥਾਂ ਦਾ ਪਤਾ ਕਿੱਦਾਂ ਲੱਗੇਗਾ। ਇੱਕ ਮਾਤਰਾ ਵੀ ਜੇ ਆਪਾਂ ਗਲਤ ਪੜ੍ਹ ਦਈਏ ਨਾ, ਉਹ ਅਰਥਾਂ ਦੇ ਅਨਰਥ ਬਣਦੇ ਨੇ। ਤੇ ਇਹਦੇ ਬਾਰੇ ਇਤਿਹਾਸ 'ਚੋਂ ਸਾਨੂੰ ਉਹ ਸਾਖੀ ਵੀ ਮਿਲਦੀ ਹੈ। ਦਸਮ ਪਾਤਸ਼ਾਹ ਦੇ ਸਮੇਂ ਜਦੋਂ ਸਿੱਖ ਬਾਣੀ ਪੜ੍ਹ ਰਿਹਾ ਸੀ, ਉਹਨੇ ਪੰਕਤੀ ਪੜ੍ਹ ਦਿੱਤੀ ਗਲਤ, ਤੇ ਗਲਤੀ ਵੀ ਕੇਵਲ ਇੱਕ ਮਾਤਰਾ ਦੀ ਕੀਤੀ, ਅੱਧੀ ਮਾਤਰਾ ਹੀ ਕਹਿ ਲਈਏ, ਅੱਧੀ ਮਾਤਰਾ, ਤੇ ਸਾਰੀ ਦੀ ਸਾਰੀ ਪੰਕਤੀ ਦੇ ਵੀ ਅਰਥ ਅਨਰਥ ਬਣ ਗਏ ਤੇ ਸਾਰਾ ਸਿਧਾਂਤ ਵੀ ਵਿਗੜ ਗਿਆ। ਗੁਰੂ ਕੀ ਬਾਣੀ ਦੇ ਬਚਨ ਹਨ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ, ਕੱਕੇ ਦੇ ਦਲਾਵਾਂ ਹਨ। ਹੁਣ ਉਹਨੇ ਦਲਾਵਾਂ ਦੀ ਜਗ੍ਹਾ 'ਤੇ ਇੱਕ ਲਾਂ ਪੜ੍ਹ ਦਿੱਤੀ, ਅੱਧੀ ਮਾਤਰਾ ਹੀ ਬਣਦੀ ਹੈ ਦਲਾਵਾਂ ਦੀ, ਪੂਰੀ ਮਾਤਰਾ ਇੱਕ ਲਾਂ ਕੱਟ ਦਿੱਤੀ, ਉਹਦੀ ਮਾਤਰਾ ਰਹਿ ਗਈ। ਕਰਤੇ ਕੀ ਮਿਤ ਕਰਤਾ ਜਾਣੇ, ਕੇ ਜਾਣੇ ਗੁਰਸੂਰਾ ਪੜ੍ਹ ਦਿੱਤਾ। ਹੁਣ ਜੇ ਤੇ ਸ਼ਬਦ ਸਹੀ ਤਰੀਕੇ ਦੇ ਨਾਲ ਪੰਕਤੀ ਪੜ੍ਹੀ ਜਾਏ, ਉਹਦਾ ਭਾਵ ਹੈ ਕਿ ਰੱਬ ਦੀਆਂ ਵਡਿਆਈਆਂ ਨੂੰ ਰੱਬ ਜਾਣਦਾ ਜਾਂ ਸੂਰਮੇ ਗੁਰੂ ਨੂੰ ਪਤਾ ਹੈ। ਤੇ ਜਦੋਂ ਅੱਧੀ ਮਾਤਰਾ ਗਲਤ ਪੜ੍ਹੀ ਗਈ, ਉਹਦੇ ਅਰਥਾਂ ਦੇ ਅਨਰਥ ਇਹ ਹੋਏ
कि रब जी दियां वडियाइयां नूं रब ते जाणदा है, गुरु सूरमे नूं रब दियां वडियाइयां दा की पता। गुरु नूं रब दी वडियाई दा कोई पता नहीं, वो सारा काम उल्ट हो गया। गुरु महाराज सच्चे पातशाह ने ताड़ना की, भाई सिखा बाणी पढ़नी है सुचेतता सावधानता दे नाल पढ़नी है। एक लगा मात्रा भी सारे दे सारे शब्द दा, पंक्ति दा, काव तोल अर्थ विगाड़ सकती है। तो इसे तरह लगी हुई भाई गुरदास साहब का एक बचन है, कहते इकत मुक्त है जानी है महरम मुजरम खैर खुआरी। केवल एक बिंदी की गल हुंदी है। भाई साहब कहते महरम ते मुजरम खैर ते खुआरी दे विच जो एक बिंदी भी सही तरीके दे नाल नहीं लिखी गई तो महरम दा मुजरम बन जाता है उर्दू च, और खैर तो खुआरी बन जाती है। सो एक एक जड़ा अद्धी तो अद्धी मात्रा भी है वो भी वजन रखती है, दम रखती है। इस करके उहदा उचारण भी प्रॉपर सही तरीके दे नाल होना चाहिए, नहीं तो गल बिगड़ सकती है। इसे तरह विश्राम भी पंक्ति ते ऐन प्रॉपर लगना चाहिए है, नहीं तो गल फिर भी बिगड़ जाती है, फिर भी बिगड़ जाती है। जिवें एक बचन है, गुरु अर्जन घर गुरु रामदास भगत उत्तर आयो। ये शब्द भट्टां ने सवैये सतगुरां दी वडियाई च उचारण किए। गुरु अर्जन साहब की उपमा च ये सवैया है, उहदी पंक्ति है, गुरु अर्जन घर गुरु रामदास भगत उत्तर आयो। कि गुरु अर्जन साहब गुरु रामदास साहब के घर च भगत प्रगट होए हैं। तो हुण कई बार कुछ अणभोल एक बस कौमां गलत करते हैं। गुरु अर्जन की जगह ते वो गुरु अर्जन घर गुरु रामदास भगत उत्तर आयो। घर तो पहला विश्राम लाउणा सी, विश्राम घर पढ़न तो बाद ला दिता। वो अर्थां दे अनर्थ हो गए कि गुरु अर्जन दे घर गुरु रामदास प्रगट होए ने। हुण फर्क तां केवल एक कौमे दा ही पिया। वो घर तो पहला जड़ा कौमा लाउणा सी, घर तो बाद कौमा लगा दिता, गल सारी बिगड़ गई, सिद्धांत बिगड़ गया, इतिहास बिगड़ गया, असलीयत तो गल कोहां दूर चली गई। सो कहण दा भाव कि ये बहुत बरीकियां हन जिन्हां नूं समझना अत्यंत जरूरी है। जे ना समझ पाईए तो फिर जिथे आपां बाणी नूं शुद्ध नहीं पढ़ पाउंदे उत्थे बाणी दी अगे समझ भी नहीं लग सकती, तो जिहड़ा दूजा सुन रहा है वो भी समझ नहीं सकता कि ये की पढ़िया जा रहा, की है की नहीं है। सो ये सारा कुछ जानन दे लई गुरबाणी दी विचार अत्यंत जरूरी है। तो ये बाणी क्योंकि औखी बाणी है, उचारण पक्षों खास तौर पर ये औखी बाणी है। सो ये औखे शब्दां नूं भी आपां रोज़ सही तरीके दे नाल किद्दां पढ़ना है वो समझण दी कोशिश करते हाँ। और विश्राम फिर अगे जो शब्दां दी व्याख्या है वो भी आपां रोजाना विचारते हैं। बाकी वेखो गुरु की बाणी अगाध बोध है, साडी तां अल्प मत है, पर जिवें गुरु आप सहाई हो के सेवा लेंदे ने उस तरह आपां सेवा कर रहे हैं। ये कोई अंत नहीं है, कोई अंत नहीं। तो ये अंत ना जाने कोई, ये अंत कोई पा भी नहीं सकता है। ये कोई अंत इहदा नहीं पा सकता क्योंकि ये तो धुर दी बाणी है। ते असी जीव अल्पग जीव हाँ, बस हर आपे ही मत देवै स्वामी, हर आपे बोल बुलावै। ते जिवें जिवें वो बुलाउंदा है नानक बोलै बुलाया तेरा, असी ओदी आग्या च बोलदे हाँ। सो कल आप जी ने क्योंकि भादों महीने की आरंभता का दिन सी ते भाई साहब पासों जो गुरु अर्जन साहब जी ने भादरों महीने के प्रथाए पावन शब्द उपदेश बख्शिया ओदी विचार श्रवण कीती सी। परसों आपां जिथों शब्द इस बाणी की विचार की लड़ी नूं संकोचिया सी, 36 पौड़ियां तक की विचार आपां परसों कीती सी। जिथों विचार नूं संकोचिया महाराज कहंदे वो परमात्मा सर्व व्यापक है, हर जगह ते वसिया है, उन्हों किसी प्रकार का माया मोह विषयां विकारां का कोई लेप शेप नहीं है। ते जेड़े मनुख ने इस गल नूं जान लिया वो भी विषयां विकारां के प्रभाव तो मुक्त हो जाता है। इदों अगे अज 37 नंबर
ਸਲੋਕ ਅੰਦਰ ਹਜੂਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਵੇਖਿਆ ਭਯੰਤ ਅੰਮ੍ਰਿਤੰ ਦੁਰੁਸ਼ਟਾ ਸਖਾ ਸਵੱਜਨੈ। ਵੇਖਿਆ ਭਾਵ ਜ਼ਹਿਰ ਭਯੰਤ ਹੋ ਜਾਂਦਾ ਹੈ, ਬਦਲ ਜਾਂਦਾ ਹੈ। ਅੰਮ੍ਰਿਤੰ ਅੰਮ੍ਰਿਤ ਦੇ ਵਿੱਚ, ਤੇ ਇਦੋਂ ਅੱਗੇ ਜਿਹੜਾ ਸ਼ਬਦ ਹੈ ਦੱਦੇ ਦੇ ਪੈਰ 'ਚ ਰਾਰਾ ਵੀ ਲੱਗਿਆ ਹੈ ਤੇ ਨਾਲ ਔਂਕੜ ਵੀ ਹੈ। ਇਹਨੂੰ ਆਪਾਂ ਪੜ੍ਹਨਾ ਹੈ ਦਰੁਸ਼ਟਾਂ। ਜਿਹੜੀ ਔਂਕੜ ਲੱਗੀ ਹੈ ਉਹ ਰਾਰੇ ਦੇ ਲੱਗੇਗੀ। ਦੁਸ਼ਟ ਮਾੜੀ ਬਿਰਤੀ ਵਾਲੇ। ਇਸ ਸਲੋਕ ਅੰਦਰ ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਦੀ ਜਾਂ ਪੂਰੇ ਗੁਰੂ ਦੀ ਕਿਰਪਾ ਵਰਤਦੀ ਹੈ ਤੇ ਫਿਰ ਜੀਵਨ ਦਾ ਰਸਤਾ ਬੜਾ ਸੌਖਾ ਹੋ ਜਾਂਦਾ ਹੈ। ਇੱਕ ਆਪਾਂ ਬਚਨ ਗੁਰੂ ਸਾਹਿਬ ਦਾ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਇਹ ਵੀ ਵੇਖੋ 4 ਪੌੜੀਆਂ ਨੇ। ਜਿਵੇਂ ਆਪਾਂ ਪਹਿਲਾਂ ਉਚਾਰਨ ਦੀ ਗੱਲ ਕਰ ਰਹੇ ਸਾਂ, ਪਹਿਲੀ ਪੌੜੀ 'ਚ ਹੈ ਮੰਨੇ, ਮੰਨੇ ਤੇ ਇੱਕ ਲਾਮ ਲੱਗੀ ਹੈ। ਉਦੋਂ ਅੱਗੇ ਹੈ ਮੰਨੈ। ਬਾਕੀ ਦੀਆਂ ਜਿਹੜੀਆਂ 3 ਪੌੜੀਆਂ ਨੇ ਉੱਥੇ ਜਿੰਨੀ ਵਾਰ ਵੀ ਮੰਨੈ ਆਇਆ ਹੈ, ਮੰਨੈ ਦਲਾਵਾਂ ਦੇ ਨਾਲ ਆਇਆ ਹੈ। ਸੋ ਇਹਦਾ ਉਚਾਰਨ ਉੱਥੇ ਜਪਜੀ ਸਾਹਿਬ ਪੜ੍ਹਦਿਆਂ ਵੀ ਧਿਆਨ ਰੱਖਣ ਦੀ ਲੋੜ ਹੈ। ਉਦੋਂ ਪਹਿਲਾਂ ਵੀ ਜਿਹੜੀਆਂ 4 ਪੰਕਤੀਆਂ ਆਉਂਦੀਆਂ ਨੇ ਉੱਥੇ ਵੀ ਪੌੜੀਆਂ ਆਉਂਦੀਆਂ ਸੁਣਿਆ। ਉੱਥੇ ਨਾਣੇ ਦੇ ਸਿਹਾਰੀ ਹੈ, ਨਾਣੇ ਦੇ ਬਿਹਾਰੀ ਨਹੀਂ ਹੈ। ਉੱਥੇ ਸੁਣੀਆਂ ਨਹੀਂ ਹੈ, ਸੁਣਿਆ। ਇੱਦਾਂ ਪੜ੍ਹਨਾ ਹੈ ਸਿਹਾਰੀ ਦੇ ਨਾਲ, ਸੁਣਿਆ। ਖੈਰ ਮਹਾਰਾਜ ਕਹਿੰਦੇ ਮੰਨੈ ਮਾਰਗ ਠਾਕ ਨਾ ਪਾਏ। ਠਾਕ ਸ਼ਬਦ ਦਾ ਮਤਲਬ ਹੈ ਰੋਕ। ਜਿਵੇਂ ਆਪਾਂ ਬੱਚਿਆਂ ਦਾ ਰੋਕੇ ਦੀ ਰਸਮ ਕਰਦੇ ਹਾਂ, ਉਹਨੂੰ ਰੋਕਾ ਵੀ ਕਹਿੰਦੇ ਨੇ, ਠਾਕਾ ਵੀ ਕਹਿੰਦੇ ਨੇ, ਗੱਲ ਇੱਕੋ ਹੀ ਹੈ। ਠਾਕੇ ਠਾਕ ਦਾ ਮਤਲਬ ਵੀ ਰੋਕ ਹੈ, ਰੋਕੇ ਦਾ ਮਤਲਬ ਵੀ ਰੋਕ ਹੈ। ਮੰਨੈ ਮਾਰਗ ਠਾਕ ਨਾ ਪਾਏ। ਜਿਹੜਾ ਪਰਮਾਤਮਾ ਦੇ ਨਾਮ ਨੂੰ, ਗੁਰੂ ਦੇ ਉਪਦੇਸ਼ ਨੂੰ ਮੰਨ ਲੈਂਦਾ ਹੈ, ਉਹਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਰਹਿ ਜਾਂਦੀ। ਕੋਈ ਰਾਹ 'ਚ ਰੁਕਾਵਟ ਗੁਰੂ ਨਹੀਂ ਰਹਿਣ ਦਿੰਦੇ, ਬਲਕਿ ਉਹਦੇ ਲਈ ਗੁਰੂ ਰਸਤਾ ਇੰਨਾ ਸਿੱਧਾ ਪੱਧਰਾ ਬਣਾ ਦਿੰਦੇ ਹਨ ਕਿ ਮੰਨੈ ਪਤ ਸਿਉ ਪ੍ਰਗਟ ਜਾਏ। ਉਹ ਇੱਜ਼ਤ ਦੇ ਨਾਲ, ਮਾਣ ਸਨਮਾਨ ਦੇ ਨਾਲ ਸੰਸਾਰ 'ਚ ਪ੍ਰਗਟ ਹੁੰਦਾ ਹੈ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਜਿਹਦੇ ਉੱਪਰ ਗੁਰੂ ਦੀ ਰਹਿਮਤ ਵਰਤ ਗਈ, ਵਾਹਿਗੁਰੂ ਦੀ ਰਹਿਮਤ ਵਰਤ ਗਈ, ਜਿਹਨੇ ਗੁਰੂ ਦੇ ਉਪਦੇਸ਼ ਨਾਮ ਬਾਣੀ ਨੂੰ ਜੀਵਨ 'ਚ ਮੰਨ ਲਿਆ, ਉਹਦੇ ਲਈ ਜੀਵਨ ਦਾ ਰਸਤਾ ਬੜਾ ਸੌਖਾ, ਬੜਾ ਆਨੰਦ ਭਰਪੂਰ ਬਣਦਾ ਹੈ। ਕਿਉਂਕਿ ਉਹ ਫਿਰ ਸਰੀਰ ਦੀ ਪਕੜ ਦੇ ਵਿੱਚ ਨਹੀਂ ਜੇ ਜਿਉਂਦਾ। ਕਿਉਂਕਿ ਸਰੀਰ ਤੱਕ ਜਿਹੜਾ ਸੀਮਤ ਹੋ ਕੇ ਜੀਣ ਵਾਲਾ ਮਨੁੱਖ ਹੈ, ਉਹ ਸਰੀਰ ਦੇ ਦੁੱਖ ਨੂੰ ਵੀ ਮਹਿਸੂਸ ਕਰੇਗਾ, ਉਹ ਸਰੀਰ ਦੇ ਸੁੱਖ ਨੂੰ ਵੀ ਮਹਿਸੂਸ ਕਰੇਗਾ। ਪਰ ਜਿਹੜਾ ਸਰੀਰ ਦੇ ਪੱਧਰ ਤੋਂ ਜਿਹਦੀ ਸੁਰਤ ਅੱਗੇ ਲੰਘ ਗਈ, ਉਹਦੇ ਤੇ ਸਰੀਰ ਤੇ ਆਰਾ ਵੀ ਚੱਲੇ ਤੇ ਉਹ ਕਹਿੰਦਾ ਆਰਾ ਪਿਆਰਾ ਲੱਗਤ ਹੈ। ਉਹਨੂੰ ਤੇ ਤੱਤੀ ਤਵੀ ਤੇ ਵੀ ਬਿਠਾਇਆ ਜਾਂਦਾ, ਉਹ ਕਹਿੰਦਾ ਹੈ ਤੇਰਾ ਕੀਆ ਮੀਠਾ ਲੱਗੇ। ਬੰਦ ਬੰਦ ਕੱਟੇ ਜਾਂਦੇ, ਉਹ ਕਹਿੰਦਾ ਜੋ ਤੁਧ ਭਾਵੈ ਸੋ ਪ੍ਰਵਾਨ, ਤੇਰਾ ਭਾਣੈ ਨੂੰ ਕੁਰਬਾਨ। ਅਵਸਥਾ ਬਣ ਗਈ ਨਾ ਸਰੀਰ ਤੋਂ ਅੱਗੇ ਦੀ, ਜਿਹਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਹੁਣ ਕੋਈ ਤਨ ਕੱਟ ਦਵੇ, ਅੱਗ 'ਚ ਸਾੜ ਦਵੇ, ਕੋਈ ਫਰਕ ਨਹੀਂ। ਕਿਉਂਕਿ ਉਹਦੇ ਜੀਵਨ ਦਾ ਰਸਤਾ ਹੀ, ਜੀਵਨ ਦੀ ਜੁਗਤ ਖੇਡ ਹੀ ਵਾਹਿਗੁਰੂ ਨੇ ਐਸੀ ਬਣਾ ਦਿੱਤੀ ਕਿ ਉਹਦੇ ਰਸਤੇ ਦੀਆਂ ਰੁਕਾਵਟਾਂ ਜਾਂ ਤੇ ਮੁੱਕ ਗਈਆਂ ਜਾਂ ਉਹਨੂੰ ਰੁਕਾਵਟਾਂ ਲੱਗਦੀਆਂ ਹੀ ਨਹੀਂ ਹਨ। ਮਹਾਰਾਜ ਕਹਿੰਦੇ ਵਿਖਿਆ ਭਯੰਤ ਅੰਮ੍ਰਿਤੰ। ਜਿਹਦੇ ਤੇ ਗੁਰੂ ਦੀ, ਵਾਹਿਗੁਰੂ ਦੀ ਕਿਰਪਾ ਹੋਈ, ਉਹਦੇ ਲਈ ਜ਼ਹਿਰ ਵੀ ਅੰਮ੍ਰਿਤ ਬਣ ਗਿਆ। ਜ਼ਹਿਰ ਵੀ ਉਹਦੇ ਸਾਹਮਣੇ ਬੇਅਸਰ ਹੋ ਗਿਆ। ਮਾਰਨ ਵਾਲਿਆਂ ਨੇ ਜ਼ਹਿਰ ਦਿੱਤਾ, ਪਰ ਜ਼ਹਿਰ ਵੀ ਅੰਮ੍ਰਿਤ ਬਣ ਕੇ ਕੋਈ ਰਸਤੇ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਕਹਿੰਦੇ ਕੁੱਬੇ ਨੂੰ ਮਾਰੀ ਲੱਤ ਵੀ ਕਈ ਵਾਰ ਸਿੱਧੀ ਪੈ ਜਾਂਦੀ ਹੈ, ਉਹ ਗੱਲ ਉਹੀ ਬਣ ਗਈ। ਮਹਾਰਾਜ ਕਹਿੰਦੇ ਰੁਕਾਵਟ ਪਾਉਣ ਵਾਲੇ ਨੇ ਸੋਚਿਆ ਜ਼ਹਿਰ ਦੇਵਾਂਗਾ ਗੱਲ ਮੁੱਕ ਜਾਏਗੀ, ਪਰ ਉਹ ਜ਼ਹਿਰ ਵੀ ਅੰਮ੍ਰਿਤ ਬਣ ਗਿਆ। ਉਹਦੀ ਵਡਿਆਈ ਹੋਰ ਪ੍ਰਗਟ ਹੋ ਗਈ। ਦੁਰੁਸ਼ਟਾ ਸਖਾ ਸਵੱਜਨ ਹੈ। ਤੇ ਜਿਹੜੇ ਪਹਿਲਾਂ ਦੁਸ਼ਟ ਸਨ,
ਰਸਤੇ 'ਚ ਰੁਕਾਵਟ ਪਾਉਣ ਵਾਲੇ ਸਨ, ਵੈਰ ਤੇ ਧਰੋ ਕਮਾਉਣ ਵਾਲੇ ਸਨ। ਗੁਰੂ ਨੇ ਐਸੀ ਰਹਿਮਤ ਵਰਤਾਈ, ਉਹ ਹੁਣ ਸੱਜਣ ਬਣ ਗਏ ਨੇ, ਉਹ ਹੁਣ ਸਹਾਇਕ ਬਣ ਗਏ, ਮਿੱਤਰ ਬਣ ਗਏ ਹਨ। ਉਹ ਵੈਰੀ ਵੈਰੀ ਨਹੀਂ ਰਹੇ, ਉਹ ਦੁਸ਼ਮਣ ਦੁਸ਼ਮਣ ਨਹੀਂ ਰਹੇ। ਭੱਟ ਜਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਬੜੇ ਪਿਆਰੇ ਬਚਨ ਕੀਤੇ। ਕਹਿੰਦੇ ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਜਦੋਂ ਗੁਰੂ ਦੇ ਉਪਦੇਸ਼ ਨੂੰ ਸੁਣਿਆ, ਕੱਚ ਵਰਗਾ ਜੀਵਨ ਵੀ ਕੰਚਨ ਵਰਗਾ ਅਮੋਲਕ ਜੀਵਨ ਬਣ ਗਿਆ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਜ਼ਹਿਰ ਵੀ ਅੰਮ੍ਰਿਤ ਬਣ ਗਿਆ। ਕਦੋਂ? ਜਦੋਂ ਰਸਨਾ ਤੋਂ ਗੁਰੂ ਦੇ ਅੰਮ੍ਰਿਤ ਨਾਮ ਨੂੰ ਧਿਆਇਆ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹ ਹੋਇਓ ਲਾਲ ਨਦਰ, ਸਤਿਗੁਰ ਜਦ ਧਾਰੈ। ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ਼੍ਰੀਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ। ਗੁਰੂ ਦੀ ਰਹਿਮਤ ਵਰਤੀ, ਸਾਰੇ ਦੇ ਸਾਰੇ ਜੀਵਨ ਦਾ ਪਾਸਾ ਹੀ ਬਦਲ ਗਿਆ, ਸਾਰਾ ਜੀਵਨ ਹੀ ਬਦਲ ਗਿਆ। ਦੁਖੰ ਭਯੰ ਸੁਖਯੰ ਪੈ ਭੀਤੰ ਤਾਂ ਨਿਰਭੈ। ਉਹ ਕਹਿੰਦੇ ਜਿਹੜੇ ਜੀਵਨ 'ਚ ਦੁੱਖ ਸਨ, ਭਯੰਤ ਸੁਖਯੰ, ਖੱਖੇ ਦੇ ਸਿਹਾਰੀ ਲਗਾ ਕੇ ਐੜਾ ਤੇ ਉਹਦੇ ਉੱਪਰ ਟਿੱਪੀ ਲਗਾ ਕੇ ਪੜ੍ਹਨਾ, ਸੁਖਯੰ। ਜਿਹੜੇ ਪਹਿਲਾਂ ਦੁੱਖ ਸਨ, ਕਲੇਸ਼ ਸਨ, ਹੁਣ ਕਹਿੰਦੇ ਉਹ ਦੁੱਖ ਕਲੇਸ਼ ਜੀਵਨ ਦੇ ਵਿੱਚ ਨਹੀਂ ਰਹੇ। ਗੁਰੂ ਦੀ ਕਿਰਪਾ ਹੋਈ ਤੇ ਹੁਣ ਜੀਵਨ ਸੁੱਖਾਂ ਭਰਪੂਰ ਬਣ ਗਿਆ ਹੈ। ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ। ਜਦੋਂ ਗੁਰੂ ਦਿਆਲੂ ਤੇ ਕਿਰਪਾਲੂ ਬਣਦੇ ਨੇ, ਫਿਰ ਜਮਾਂ ਦਾ ਭੈ ਵੀ ਮਨ ਚੋਂ ਜੀਵਨ ਚੋਂ ਮੁੱਕਦਾ ਜੇ, ਤੇ ਫਿਰ ਮਨੁੱਖ ਸੁੱਖ ਆਨੰਦ ਤੇ ਵਿਗਾਸ ਸਹਿਤ ਜੀਵਨ ਬਤੀਤ ਕਰਦਾ ਹੈ। ਤੇ ਅਗਲੀ ਗੱਲ ਮਹਾਰਾਜ ਕਹਿੰਦੇ ਭੈ ਭੀਤੰਗ ਤਾਂ ਨਿਰਭਯੰ। ਨਿਰਭੈ, ਜਿਹੜੇ ਪਹਿਲਾਂ ਡਰ ਸਨ, ਭੈ ਸਨ, ਹੁਣ ਉਹ ਡਰ ਤੇ ਭੈ ਜੀਵਨ ਚੋਂ ਮੁੱਕ ਗਏ ਨੇ। ਬਿਰਤੀ ਨਿਰਭੈ ਬਣ ਗਈ ਹੈ, ਨਿਡਰ ਬਣ ਗਈ ਹੈ। ਕਿਉਂਕਿ ਕੁਝ ਤਾਂ ਡਰ ਹੁੰਦੇ ਹਨ ਤੇ ਬਹੁਤ ਸਾਰੇ ਵੇਖੋ ਵਹਿਮ ਭਰਮ ਵੀ ਐਸੇ ਬਣੇ ਹੋਏ ਨੇ, ਗੱਲਾਂ ਹੁੰਦੀਆਂ ਨਹੀਂ ਹਨ, ਬਸ ਐਵੇਂ ਡਰਾਉਣ ਦੇ ਲਈ ਬਣਾ ਦਿੱਤੀਆਂ ਜਾਂਦੀਆਂ ਨੇ। ਜਿਵੇਂ ਛੋਟਾ ਜਿਹਾ ਬੱਚਾ ਹੈ, ਬਹੁਤੀਆਂ ਸ਼ਰਾਰਤਾਂ ਕਰੇ ਤੇ ਉਹਨੂੰ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਜਾਂਦੇ ਹਨ। ਹੁਣ ਜੇ ਉਹ ਚੀਜ਼ ਬੱਚੇ ਦੇ ਮਨ 'ਚ ਬਹਿ ਜਾਵੇ ਕਿ ਸ਼ਾਇਦ ਪਤਾ ਨਹੀਂ ਕੋਈ ਭਊ ਹੁੰਦਾ ਹੈ, ਕੋਈ ਇੱਦਾਂ ਦੀ ਤਾਕਤ ਹੁੰਦੀ ਹੈ ਜਿਹੜੀ ਡਰਾਉਣ ਵਾਲੀ ਹੈ, ਉਸੇ ਨੂੰ ਬੱਚਾ ਮਨ 'ਚ ਅਟਕਾ ਕੇ ਬਹਿ ਜਾਵੇ, ਹੋ ਸਕਦਾ ਉਹ ਬੱਚੇ ਦੇ ਮਨ 'ਚ ਗਹਿਰਾ ਭੈ ਬਣ ਗਿਆ, ਡਰ ਬਣ ਗਿਆ। ਪਰ ਸਹਿਜੇ ਸਹਿਜੇ ਜਿਵੇਂ ਜਿਵੇਂ ਉਹ ਵੱਡਾ ਹੋਇਆ, ਫਿਰ ਉਹਨੂੰ ਪਤਾ ਲੱਗਿਆ ਇੱਦਾਂ ਦੀ ਕੋਈ ਚੀਜ਼ ਨਹੀਂ ਆ, ਬਸ ਉਹ ਤੇ ਮੈਨੂੰ ਕਾਬੂ ਰੱਖਣ ਦੇ ਲਈ ਮਾਤਾ ਪਿਤਾ ਜਾਂ ਵੱਡਿਆਂ ਨੇ ਇੱਕ ਭੈ ਜਿਹਾ ਖੜਾ ਕੀਤਾ ਸੀ। ਹੁਣ ਉਹ ਜਿਹੜੀ ਚੀਜ਼ ਦਾ ਭੈ ਮਨ 'ਚ ਬਣਿਆ ਸੀ, ਹੁਣ ਉਹ ਭੈ ਮੁੱਕ ਗਿਆ। ਕਾਰਨ ਇੱਕ ਭਰਮ ਸੀ, ਉਹ ਭਰਮ ਮੁੱਕ ਗਿਆ। ਬੜੇ ਤਰ੍ਹਾਂ ਦੇ ਭੈ, ਧਾਰਮਿਕ ਲੋਕਾਂ ਨੇ ਵੀ ਕਈ ਤਰ੍ਹਾਂ ਦੇ ਭੈ ਦੀ ਗੱਲ ਕੀਤੀ। ਦੂਜਿਆਂ ਨੂੰ ਡਰਾਉਣ ਦੇ ਲਈ ਸਵਰਗਾਂ ਦੇ ਲਾਲਚ ਦਿੱਤੇ ਗਏ, ਨਰਕਾਂ ਦੇ ਡਰ ਦਿੱਤੇ ਗਏ ਕਿ ਜੇ ਤੂੰ ਆਹ ਕੰਮ ਕਰੇਗਾ ਨਰਕਾਂ 'ਚ ਜਾਵੇਂਗਾ, ਤੇ ਵੇਖ ਅੱਗੇ ਨਰਕਾਂ ਦੇ ਵਿੱਚ ਕਿੱਦਾਂ ਕਿੱਦਾਂ ਦੇ ਸਜ਼ਾਵਾਂ ਤੇ ਦੁੱਖ ਤੈਨੂੰ ਸਹਿਣੇ ਪੈਣੇ ਹਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖੋ ਜਿਹੜਾ ਸਿਧਾਂਤ ਦਿੱਤਾ, ਉੱਥੇ ਨਾ ਸਵਰਗਾਂ ਦੇ ਲਾਲਚ ਦੀ ਗੱਲ ਕਹੀ ਹੈ, ਨਾ ਨਰਕਾਂ ਦੇ ਡਰ ਦੀ ਗੱਲ ਕਹੀ ਹੈ। ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਕਿਸੇ ਨਰਕਾਂ ਦੇ ਭੈ 'ਚ ਨਹੀਂ ਜਿਉਂਦਾ ਹੈ। ਕਿਉਂਕਿ ਕਬੀਰ ਸਾਹਿਬ ਕਹਿੰਦੇ ਕਵਣ ਨਰਕ, ਕਿਹੜਾ ਨਰਕ? ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਲ ਨਾ ਕੱਢ, ਤੇ ਆਪਣੇ ਗੁਰ ਪ੍ਰਸਾਦੇ। ਆਪਣੇ ਗੁਰੂ ਦੀ ਕਿਰਪਾ ਸਦਕਾ ਸਾਨੂੰ ਕਿਸੇ ਦੀ ਪਰਵਾਹ ਨਹੀਂ, ਨਾ ਨਰਕਾਂ ਦੀ ਨਾ ਸਵਰਗਾਂ ਦੀ। ਫਿਰ ਉਹਨਾਂ ਦਾ ਬਚਨ ਕਹਿੰਦੇ ਸੁਰਗ ਬਾਚ ਨਾ ਬਾਚੀਐ, ਡਰੀਐ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈਐ, ਮਨੈ ਨਾ ਕੀਜੈ ਆਸ। ਨਾ ਸਵਰਗਾ ਮੰਗਣ ਦੀ ਲੋੜ ਹੈ, ਨਾ ਨਰਕਾਂ ਤੋਂ ਡਰਨ ਦੀ ਲੋੜ ਹੈ। ਜੋ ਹੋਣਾ ਉਹ ਹੋ ਹੀ ਜਾਣਾ, ਐਵੇਂ ਝੂਠੀਆਂ ਆਸਾਂ ਮਨ 'ਚ ਰੱਖਣ ਦੀ ਲੋੜ ਨਹੀਂ ਹੈ। ਫਿਰ ਪੁੱਛੀਏ ਮਹਾਰਾਜ ਕਰਨਾ ਕੀ ਹੈ?
ਉਹ ਕਹਿੰਦੇ ਰਮਈਆ ਗੁਣ ਗਾਈਐ ਜਾਂ ਤੇ ਪਾਈਐ ਪਰਮ ਨਿਧਾਨ। ਤੁਸੀਂ ਰੱਬ ਦੇ ਗੁਣ ਗਾਵੋ ਤੇ ਜਿਹੜੇ ਰੱਬ ਦੇ ਗੁਣ ਗਾਉਂਦੇ ਉਹ ਰੱਬ 'ਚ ਹੀ ਅਭੇਦ ਹੋ ਜਾਂਦੇ। ਉਹਨਾਂ ਸਾਹਮਣੇ ਨਰਕ ਸੁਰਗ ਤੇ ਬੜੀਆਂ ਛੋਟੀਆਂ ਜੀਆਂ ਥੱਲੇ ਦੀਆਂ ਚੀਜ਼ਾਂ ਰਹਿ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਇੱਕ ਸਿੱਖ ਭਾਈ ਤਿਲਕਾ, ਇਹ ਗੜ੍ਹ ਸ਼ੰਕਰ ਦਾ ਰਹਿਣ ਵਾਲਾ ਗੁਰੂ ਕਾ ਸਿੱਖ, ਬੜਾ ਇਹਨੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ। ਸਾਰੇ ਇਲਾਕੇ ਦੇ ਵਿੱਚ ਬੜਾ ਸਿੱਖੀ ਦਾ ਪ੍ਰਭਾਵ ਬਣ ਗਿਆ। ਤੇ ਇੱਥੇ ਇੱਕ ਜੋਗੀ ਰਹਿੰਦਾ ਸੀ ਜਿਹੜਾ ਧਰਮ ਦੇ ਨਾਂ 'ਤੇ, ਸਵਰਗਾਂ ਦੇ ਨਾਂ 'ਤੇ, ਦੇਵੀ ਦੇਵਤਿਆਂ ਦੇ ਨਾਂ 'ਤੇ, ਹੋਰ ਧਰਮ ਕਰਮਾਂ ਦੇ ਨਾਂ 'ਤੇ ਆਮ ਲੋਕਾਂ ਨੂੰ ਭਰਮਾਈ ਰੱਖਦਾ ਸੀ ਤੇ ਆਪਣੀ ਦੁਕਾਨ ਚਲਾਈ ਰੱਖਦਾ ਸੀ। ਹੁਣ ਜਦੋਂ ਗੁਰੂ ਕੇ ਸਿੱਖ ਨੇ ਕੀਤਾ ਗੁਰਮਤਿ ਦਾ ਪ੍ਰਚਾਰ ਤੇ ਇਲਾਕੇ 'ਚ ਆ ਗਈ ਕ੍ਰਾਂਤੀ। ਲੋਕ ਸਮਝ ਗਏ, ਕਿਉਂਕਿ ਡੰਬੀਆਂ ਪਖੰਡੀਆਂ ਪਿੱਛੇ ਕਦੋਂ ਲੋਕ ਜਾਂਦੇ ਹਨ? ਜਦੋਂ ਨਾ ਸਮਝੀ ਹੈ ਜਾਂ ਕੋਈ ਮਨ 'ਚ ਖਤਰਾ ਹੈ, ਪੂਰੀ ਤਰ੍ਹਾਂ ਪ੍ਰੋਪਰ ਸਮਝ ਨਹੀਂ ਹੈ। ਬਹੁਤ ਵਹਿਮ ਭਰਮ, ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਵੀ ਨਾ ਸਮਝੀ ਕਰਕੇ ਬੜੇ ਤਰ੍ਹਾਂ ਦੇ ਵਹਿਮ ਭਰਮ ਕਰਦੇ ਹਨ। ਜਿੰਨਾ ਮਰਜ਼ੀ ਉਹਨਾਂ ਨੂੰ ਅਸੀਂ ਸਮਝਾਉਂਦੇ ਰਹੀਏ, ਕਿਸੇ ਇੱਕ ਨੇ ਐਸਾ ਮਨ 'ਚ ਭਰਮ ਪੈਦਾ ਕਰ ਦਿੱਤਾ ਜੀ, ਉਹ ਮੰਨਦੇ ਹੀ ਨਹੀਂ ਹਨ। ਠੀਕ ਹੈ ਜੀ, ਗੁਰਮਤਿ ਇੱਦਾਂ ਕਹਿੰਦੀ, ਅਸੀਂ ਮੰਨ ਲੈਂਦੇ ਹਾਂ, ਪਰ ਜੇ ਇੱਦਾਂ ਵੀ ਕਰ ਦੇਵਾਂਗੇ ਕੀ ਫਰਕ ਪੈਣਾ ਹੈ? ਫਰਕ ਪੈਂਦਾ ਹੈ। ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੀ ਫਰਕ ਪੈਂਦਾ। ਉਹ ਜਿਵੇਂ ਕਹਿੰਦੇ ਹਨ ਕਿ ਕਿਸੇ ਬਾਹਰ ਤੋਂ ਵਿਦੇਸ਼ ਤੋਂ ਚੰਗੀ ਪੜ੍ਹਾਈ ਕਰਕੇ ਆਏ ਬੰਦੇ ਨੇ ਸੋਹਣਾ ਇੱਥੇ ਆ ਕੇ ਮਹਿਲ ਖੜਾ ਕਰ ਦਿੱਤਾ, ਮਕਾਨ ਬਣਾਇਆ ਬੜਾ ਸੋਹਣਾ, ਬਾਹਰ ਐਨ ਡਾਕਟਰੀ ਦੀ ਪੜ੍ਹਾਈ ਕੀਤੀ ਸੀ ਉਹਨੇ। ਇੱਥੇ ਜਦੋਂ ਸੋਹਣਾ ਮਹਿਲ ਖੜਾ ਕੀਤਾ ਤੇ ਉਹਦੇ 'ਤੇ ਟੁੱਟਾ ਛਿੱਤਰ ਟੰਗ ਦਿੱਤਾ, ਜਿਵੇਂ ਲੋਕ ਵਹਿਮਾਂ ਭਰਮਾਂ 'ਚ ਫਸ ਕੇ ਕਰਦੇ ਨੇ। ਹੁਣ ਉਹਨੂੰ ਸਮਝਾਉਣ ਵਾਲੇ ਕਹਿਣ ਲੱਗੇ, ਕੋਈ ਬੰਦਾ ਸਮਝ ਵਾਲਾ, ਕਿ ਵੇਖ ਹੁਣ ਆਮ ਅਨਪੜ੍ਹ ਬੰਦਾ ਇੱਦਾਂ ਕਰੇ ਮੰਨਿਆ ਜਾ ਸਕਦਾ? ਉਹਨੂੰ ਤੇ ਸਮਝ ਨਹੀਂ ਹੈ। ਤੂੰ ਵਿਦੇਸ਼ੀ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ 'ਚੋਂ ਪੜ੍ਹ ਕੇ ਆਇਆ ਹੈ ਤੇ ਤੂੰ ਸੋਹਣਾ ਮਕਾਨ ਬਣਾ ਕੇ ਇੱਦਾਂ ਟੁੱਟਾ ਛਿੱਤਰ ਟੰਗਣ ਦਾ ਕੀ ਮਤਲਬ ਹੋਇਆ? ਤੈਨੂੰ ਤੇ ਪਤਾ ਹੈ ਕਿ ਸਭ ਵਹਿਮ ਭਰਮ ਹਨ। ਉਹ ਕਹਿਣ ਲੱਗਾ, ਮੈਂ ਮੰਨਦਾ ਹਾਂ ਵਹਿਮ ਭਰਮ ਹਨ, ਪਰ ਚਲੋ ਜੇ ਟੰਗ ਦਿੱਤਾ ਤੇ ਕੀ ਫਰਕ ਪਿਆ? ਫਿਰ ਅੱਗੋਂ ਸਿਆਣਾ ਕਹਿਣ ਲੱਗਾ, ਫਰਕ ਪੈਂਦਾ ਹੈ। ਜਦੋਂ ਹੁਣ ਤੇਰੇ ਵਰਗਾ ਵਿਦੇਸ਼ਾਂ 'ਚੋਂ ਪੜ੍ਹ ਕੇ ਆਇਆ ਇੱਦਾਂ ਕਰ ਰਿਹਾ ਹੈ, ਇਹਦਾ ਪ੍ਰਭਾਵ ਦੂਜਿਆਂ ਅਨਪੜ੍ਹਾਂ 'ਤੇ ਪੈਂਦਾ ਹੈ। ਉਹ ਸੋਚਦੇ ਨੇ ਕਿ ਜੇ ਬਾਹਰੋਂ ਪੜ੍ਹ ਕੇ ਆਏ ਨੇ ਟੰਗਿਆ, ਇਹਦਾ ਮਤਲਬ ਕੋਈ ਨਾ ਕੋਈ ਤੇ ਗੱਲ ਹੋਏਗੀ ਜਿਹੜਾ ਉਹਨੇ ਟੰਗਿਆ ਹੈ। ਇਹਦੇ ਨਾਲ ਹਜ਼ਾਰਾਂ ਦੇ ਵਿੱਚ ਅੰਧ ਵਿਸ਼ਵਾਸ ਫੈਲੇਗਾ। ਜਦੋਂ ਇੱਕ ਪੜ੍ਹਿਆ ਲਿਖਿਆ ਸਿਆਣਾ ਕੰਮ ਗਲਤ ਕਰੇ, ਉਹਦਾ ਕਈਆਂ 'ਤੇ ਪ੍ਰਭਾਵ ਪੈਂਦਾ। ਫਿਰ ਉਹ ਦੂਜੇ ਕਹਿੰਦੇ ਉਹ ਵੀ ਤੇ ਕਰਦਾ, ਜੇ ਮੈਂ ਕਰ ਲਿਆ ਫਿਰ ਕੀ ਫਰਕ ਪੈ ਗਿਆ? ਫਿਰ ਕੀ ਫਰਕ ਪੈਂਦਾ ਹੈ? ਜਦੋਂ ਇੱਕ ਸਮਝਦਾਰ ਵੀ ਨਾ ਸਮਝੀ ਵਾਲੀ ਗੱਲ ਕਰੇ ਤੇ ਉਹਦਾ ਆਮ ਲੋਕਾਂ 'ਤੇ ਬੜਾ ਪ੍ਰਭਾਵ ਪੈਂਦਾ। ਲੋਕ ਵੀ ਉਸੇ, ਕਿਉਂਕਿ ਅਸੀਂ ਬਹੁਤ ਕੁਝ ਐਸਾ ਹੁੰਦਾ ਹੈ ਜਿਹੜਾ ਵੇਖਾ ਵੇਖੀ ਕਰਕੇ ਕਬੂਲਦੇ। ਜਿਵੇਂ ਪਰਸੋਂ ਆਪਾਂ ਭੇਡ ਚਾਲ ਦੀ ਗੱਲ ਕੀਤੀ ਸੀ, ਵੇਖਾ ਵੇਖੀ ਕਰਕੇ ਆਪਾਂ ਲੱਗ ਜਾਂਦੇ ਹਾਂ। ਸੋ ਗੁਰੂ ਕੇ ਸਿੱਖ ਨੇ ਕੀਤਾ ਬੜਾ ਪ੍ਰਸਾਰ ਤੇ ਪ੍ਰਚਾਰ ਤੇ ਲਿਆਂਦੀ ਬੜੀ ਕ੍ਰਾਂਤੀ ਇਲਾਕੇ 'ਚ। ਜਿਹੜੇ ਲੋਕ ਵਹਿਮਾਂ ਭਰਮਾਂ 'ਚ ਫਸੇ ਪਏ ਸਨ, ਉਹਨਾਂ ਨੂੰ ਵਹਿਮਾਂ ਭਰਮਾਂ 'ਚੋਂ ਕੱਢ ਕੇ ਸੱਚ ਦੇ ਰਸਤੇ ਦੀ ਸਮਝ ਦੱਸੀ ਕਿ ਸੱਚ ਦਾ ਰਸਤਾ ਕੀ ਹੈ। ਤੇ ਜੋਗੀ ਦੀ ਹੋ ਗਈ ਦੁਕਾਨ ਬੰਦ, ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨੇ ਸੋਚਿਆ ਕਿ ਜੇ ਇਹ ਗੁਰੂ ਦਾ ਸਿੱਖ ਮੇਰੇ ਕੋਲ ਆ ਕੇ ਝੁਕ ਜਾਵੇ ਤੇ ਫਿਰ ਸਾਰਿਆਂ ਨੇ ਮੇਰੇ ਕੋਲ ਆ ਕੇ ਆਪੇ ਹੀ ਝੁਕ ਜਾਣਾ। ਜਿਹੜੇ ਇਹਦੇ ਪਿੱਛੇ ਉਹ ਮੇਰੇ ਪਿੱਛੇ ਆਪਣੇ ਆਪ ਲੱਗ ਜਾਣੇ। ਜਦੋਂ ਇਹ ਮੇਰੇ ਪਿੱਛੇ ਲੱਗ ਗਿਆ, ਉਹਨੇ ਫਿਰ ਇੱਕ ਡਰਾਮਾ ਰਚਿਆ, ਰੌਲਾ ਪਵਾ ਦਿੱਤਾ ਆਪਣੇ ਚੇਲਿਆਂ ਚਾਟੜਿਆਂ ਦੇ ਰਾਹੀਂ ਕਿ ਰਾਤੀ ਹੋਏ ਨੇ ਮੈਨੂੰ ਵਿਸ਼ਨੂੰ ਭਗਵਾਨ ਦੇ ਦਰਸ਼ਨ, ਤੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਅੱਜ ਜਿਹੜਾ ਬੰਦਾ ਤੇਰੇ ਦਰਸ਼ਨ ਕਰੇਗਾ ਉਹਨੂੰ 1 ਸਾਲ ਦੇ ਲਈ ਸਵਰਗ ਮਿਲ ਜਾਏਗਾ। ਸਾਰੇ ਇਲਾਕੇ 'ਚ ਤੁਹਾਨੂੰ ਪਤਾ ਹੀ ਹੈ, ਸਾਨੂੰ ਚੰਗੀ ਗੱਲ ਦਾ ਪ੍ਰਚਾਰ ਕਰਨਾ ਪੈਂਦਾ ਹੈ। ਵਹਿਮ ਭਰਮ ਤੇ ਮਿੰਟਾਂ ਸਕਿੰਟਾਂ 'ਚ ਹੀ ਪਤਾ ਨਹੀਂ ਕਿੱਧਰੋਂ ਕਿੱਧਰ ਤੱਕ ਪਹੁੰਚ ਜਾਂਦੇ, ਫੈਲ ਜਾਂਦੇ ਹਨ। ਚੰਗਿਆਈ ਦਾ ਪ੍ਰਚਾਰ ਕਰਨ ਦੀ ਲੋੜ ਹੈ, ਬੁਰਾਈ ਤੇ ਆਪਣੇ ਆਪ ਹੀ ਫੈਲਦੀ ਹੈ। ਵਹਿਮ ਭਰਮ ਤੇ ਆਪਣੇ ਆਪ ਹੀ ਫੈਲੀ ਜਾਂਦੇ ਨੇ। ਬਸ ਇੱਕ ਨੇ ਅੱਗੇ 10 ਨੂੰ, 10 ਨੇ 50 ਨੂੰ, 50 ਨੇ ਅੱਗੇ ਹਜ਼ਾਰਾਂ ਨੂੰ, ਅੱਗੇ ਆਪੇ ਹੀ ਦੱਸ ਦੇਣਾ। ਸਾਰੇ ਇਲਾਕੇ 'ਚ ਗੱਲ ਫੈਲ ਗਈ ਜੀ। ਜੋਗੀ ਨੂੰ ਤੇ ਰਾਤੀ ਵਿਸ਼ਨੂੰ ਭਗਵਾਨ ਦੇ ਦਰਸ਼ਨ ਹੋਏ ਨੇ, ਜਿਹੜਾ ਅੱਜ ਦਰਸ਼ਨ ਕਰੇਗਾ ਉਹਨੂੰ ਤੇ ਸਾਲ ਦੇ ਲਈ ਸਵਰਗ। ਤੇ ਉਹਦੇ ਪਖੰਡੀ ਦੇ ਡੇਰੇ ਤੇ ਲੋਕਾਂ ਦੀ ਭੀੜ ਲੱਗ ਗਈ।
ਉਹ ਚਾਹੁੰਦਾ ਹੈ ਕਿ ਭਾਈ ਤਿਲਕਾ ਵੀ ਮੇਰੇ ਕੋਲ ਆਏ ਤਾਂ ਕਿ ਗੱਲ ਐਨ ਪੱਕੀ ਹੋ ਜਾਏ। ਤੇ ਗੁਰੂ ਕਾ ਸਿੱਖ ਗਿਆ ਕੋਈ ਨਾ, ਤੇ ਫਿਰ ਇਹ ਸ਼ਾਮੀ ਆਪ ਸਿੱਖ ਦੇ ਘਰ ਚਲਾ ਗਿਆ। ਪਹਿਲਾਂ ਇੱਕ ਦੋ ਸੁਨੇਹੇ ਭੇਜੇ, ਨਹੀਂ ਸਿੱਖ ਆਇਆ, ਫਿਰ ਆਪ ਚਲਾ ਗਿਆ। ਭਾਈ ਸਾਹਿਬ ਨੂੰ ਪਤਾ ਲੱਗਿਆ, ਉਹਨਾਂ ਨੇ ਘਰ ਦਾ ਦਰਵਾਜ਼ਾ ਬੰਦ ਕਰਵਾ ਦਿੱਤਾ। ਇਹਨੇ ਬੂਹੇ ਤੇ ਆ ਕੇ ਚੇਲਿਆਂ ਰਾਹੀਂ ਆਪ ਆਵਾਜ਼ਾਂ ਮਾਰੀਆਂ, ਭਾਈ ਖੋਲ ਬੂਆ, ਤੂੰ ਤੇ ਮੇਰੇ ਦਰਸ਼ਨ ਕਰਨ ਨਹੀਂ ਆਇਆ, ਪਰ ਮੈਂ ਤੇਰਾ ਭਲਾ ਚਾਹੁੰਦਾ ਹਾਂ, ਇਸ ਕਰਕੇ ਆਪ ਤੈਨੂੰ ਦਰਸ਼ਨ ਦੇਣ ਦੇ ਲਈ ਪਹੁੰਚ ਗਿਆ ਹਾਂ। ਗੁਰੂ ਕਾ ਸਿੱਖ ਅੰਦਰੋਂ ਕਹਿਣ ਲੱਗਾ, ਮੈਂ ਤੇਰੇ ਵਰਗੇ ਡੰਬੀਆਂ ਪਖੰਡੀਆਂ ਦੇ ਦੀਦਾਰ ਦਰਸ਼ਨ ਕੋਈ ਨਹੀਂ ਕਰਨੇ, ਮੈਂ ਤੇਰਾ ਮੂੰਹ ਨਹੀਂ ਵੇਖਣਾ, ਜਿੱਧਰੋਂ ਆਇਆ ਚਲਿਆ ਜਾ। ਇਹ ਕਹਿਣ ਲੱਗਾ, ਸਾਲ ਭਰ ਦੇ ਲਈ ਸਵਰਗ ਮਿਲੇਗਾ। ਸਿੱਖ ਕਹਿਣ ਲੱਗਾ, ਕੋਈ ਸਵਰਗ ਦਾ ਲਾਲਚ ਨਹੀਂ। ਇਹ ਕਹਿਣ ਲੱਗਾ, ਮੈਂ 2 ਸਾਲਾਂ ਦੇ ਲਈ ਤੈਨੂੰ ਸਵਰਗ ਦਵਾ ਸਕਦਾ ਹਾਂ। ਗੁਰੂ ਕਾ ਸਿੱਖ ਕਹਿਣ ਲੱਗਾ, ਮੈਂ ਤੇ ਪਹਿਲਾਂ ਹੀ ਹਮੇਸ਼ਾ ਗੁਰੂ ਕੇ ਚਰਨਾਂ ਰੂਪੀ ਸਵਰਗਾਂ 'ਚ ਰਹਿੰਦਾ, ਤੂੰ ਕਿਹੜੇ ਸਵਰਗਾਂ ਦਾ ਲਾਲਚ ਦੇ ਰਿਹਾ। ਤੇ ਜੋਗੀ ਨੇ ਵੀ ਹੱਥ ਜੋੜ ਲਏ, ਕਹਿਣ ਲੱਗਾ, ਫਿਰ ਗੁਰੂ ਕਿਆ ਸਿੱਖਾ, ਬੂਆ ਖੋਲ, ਹੁਣ ਦਰਸ਼ਨ ਕਰਨ ਦੇ ਲਈ ਨਹੀਂ, ਦਰਸ਼ਨ ਦੇਣ ਦੇ ਲਈ ਬੂਆ ਖੋਲ। ਮੈਂ ਤੇਰੇ ਵਰਗੇ ਗੁਰਮੁਖ ਦੇ ਦਰਸ਼ਨ ਕਰਨਾ ਚਾਹੁੰਦਾ, ਜਿਹਨੂੰ ਸਵਰਗਾਂ ਦਾ ਵੀ ਕੋਈ ਲਾਲਚ ਨਹੀਂ ਹੈ। ਤੇ ਗੁਰੂ ਕੇ ਸਿੱਖ ਨੇ ਬੂਹਾ ਖੋਲ੍ਹਿਆ, ਉਹਨੂੰ ਗੁਰੂ ਦੀ ਗੁਰਮਤਿ ਸਮਝਾਈ ਕਿ ਮੈਂ ਉਹ ਗੁਰੂ ਦਾ ਧਾਰਨੀ ਹਾਂ ਜਿਹੜਾ ਗੁਰੂ ਕਹਿੰਦਾ ਹੈ ਕਿ ਸਵਰਗ ਤੇ ਨਰਕ ਦੇ ਭਰਮ ਦੇ ਵਿੱਚ ਗੁਰੂ ਕੇ ਸਿੱਖ ਨੇ ਨਹੀਂ ਪੈਣਾ। ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰਾਦ। ਸੋ ਨਰਕਾਂ ਦੇ ਬੜੇ ਭੈ ਬਣਾਏ ਗਏ, ਸਵਰਗਾਂ ਦੇ ਬੜੇ ਲਾਲਚ ਬਣਾਏ ਗਏ, ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਇਹਨਾਂ ਲਾਲਚਾਂ 'ਚ ਨਹੀਂ ਪੈਂਦਾ ਤੇ ਨਾ ਕਿਸੇ ਤਰ੍ਹਾਂ ਦੇ ਡਰ 'ਚ ਫਸਦਾ ਹੈ। ਮਹਾਰਾਜ ਕਹਿੰਦੇ ਉਹ ਬਿਲਕੁਲ ਨਿਰਭੈ। ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਡਰਾਉਣ ਵਾਲੀਆਂ ਨੇ, ਗੁਰੂ ਕਾ ਸਿੱਖ ਜਿਹਦੇ ਤੇ ਵਾਹਿਗੁਰੂ ਦੀ ਰਹਿਮਤ, ਫਿਰ ਉਹਦੇ ਤੇ ਇਹ ਚੀਜ਼ਾਂ ਕੋਈ ਪ੍ਰਭਾਵ ਨਹੀਂ ਪਾ ਸਕਦੀਆਂ। ਥਾਨ ਬਿਹੂਨ ਵਿਸ਼ਰਾਮ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੈ। ਜਿਹਦੇ ਕੋਲ ਕੋਈ ਥਾਂ ਨਹੀਂ ਹੈ, ਕੋਈ ਆਸਰਾ ਨਹੀਂ ਹੈ, ਉਹਨੂੰ ਫਿਰ ਮਾਲਕ ਆਪ ਰਹਿਮਤ ਬਖਸ਼ ਕੇ ਪੱਕਾ ਆਸਰਾ ਬਖਸ਼ਦੇ ਨੇ, ਕਿਉਂਕਿ ਮਾਲਕ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ, ਨਿਥਾਵਿਆਂ ਨੂੰ ਥਾਂ ਦੇਣ ਵਾਲਾ ਹੈ, ਟਿਕਾਣਿਆਂ ਨੂੰ ਟਿਕਾਣਾ ਬਖਸ਼ਣ ਵਾਲਾ ਹੈ। ਇਹ ਸਾਰੀਆਂ ਦਾਤਾਂ ਕਿਹਨੂੰ ਮਿਲਦੀਆਂ ਨੇ? ਨਾਨਕ ਕਿਰਪਾਲ ਹਰ ਹਰ ਗੁਰੈ, ਜਿਹਦੇ ਤੇ ਉਹ ਵਾਹਿਗੁਰੂ ਉਹ ਦਾਤਾ ਤੇ ਪੂਰਾ ਗੁਰੂ ਕਿਰਪਾ ਕਰਦਾ ਹੈ, ਉਹ ਮਨੁੱਖ ਦੇ ਜੀਵਨ 'ਚ ਵਿਖ ਨਹੀਂ ਰਹਿੰਦਾ, ਦੁੱਖ ਨਹੀਂ ਰਹਿੰਦੇ, ਦੁਸ਼ਟ ਨਹੀਂ ਰਹਿੰਦੇ, ਭੈ ਡਰ ਨਹੀਂ ਰਹਿੰਦੇ ਹਨ। ਇਦੋਂ ਅੱਗੇ 38 ਨੰਬਰ ਸ਼ਲੋਕ 'ਚ ਹਜ਼ੂਰ ਫਰਮਾਨ ਕਰਦੇ ਹਨ, ਸਰਬਸ਼ੀਲ ਮਮੰ ਸ਼ੀਲੰ, ਸਰਬ ਪਾਵਨ ਮਮ ਪਾਵਨ ਹੈ, ਕਿ ਜਿਹੜਾ ਵਾਹਿਗੁਰੂ ਸਭ ਨੂੰ ਸ਼ਾਂਤੀ ਠੰਡਕ ਬਖਸ਼ਣ ਵਾਲਾ ਹੈ, ਸਾਨੂੰ ਵੀ ਉਹੀ ਠੰਡਕ ਤੇ ਸ਼ਾਂਤੀ ਬਖਸ਼ਣਹਾਰ ਹੈ। ਤੇ ਜਿਹੜਾ ਸਭ ਨੂੰ ਪਾਵਨ ਕਰਨ ਵਾਲਾ ਹੈ, ਉਹ ਹੀ ਸਾਨੂੰ ਪਾਵਨ ਕਰਨ ਵਾਲਾ ਹੈ। ਮਾਲਕ ਸ਼ਾਂਤੀ ਵਰਤਾਉਣ ਵਾਲਾ, ਨਿਮਰਤਾ ਤੇ ਪਵਿੱਤਰਤਾ ਪਾਵਨਤਾ ਵਰਤਾਉਣ ਵਾਲਾ ਹੈ। ਉਹ ਆਪ ਨਿਰਮਲ, ਉਹਦਾ ਨਾਮ ਨਿਰਮਲ, ਉਹਦੀ ਵਡਿਆਈ ਨਿਰਮਲ। ਉਹ ਆਪ ਸੱਚਾ, ਉਹਦਾ ਨਾਂ ਸੱਚਾ, ਉਹਦਾ ਇਨਸਾਫ ਸੱਚਾ ਹੈ। ਸਰਬ ਕਰਤਵ ਮਮੰ ਕਰਤਾ, ਨਾਨਕ ਲੇਪ ਸ਼ੇਪ ਨਾ ਲਿਪਿਆ। ਤੇ ਉਹ ਸਭ ਨੂੰ ਸਿਰਜਣ ਵਾਲਾ ਹੈ ਤੇ ਸਾਡਾ ਵੀ ਕਰਤਾ ਉਹੀ ਹੈ, ਸਾਡਾ ਕਰੈਕਟਰ ਸਾਨੂੰ ਬਣਾਉਣ ਵਾਲਾ ਵੀ ਉਹੀ ਹੈ। ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਇਸ ਚੀਜ਼ ਦੀ ਸਮਝ ਲੱਗ ਗਈ, ਨਾਨਕ ਲੇਪ ਸ਼ੇਪ ਨਾ ਲਿਪਿਆ, ਤੇ ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਵਿਕਾਰਾਂ ਦਾ ਪੋਚਾ ਵਿਕਾਰਾਂ ਦਾ ਪ੍ਰਭਾਵ ਲੇਪ ਸ਼ੇਪਕ ਆਦਿਕ ਨਹੀਂ ਜੇ ਰਹਿੰਦਾ। ਜਿਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਭ ਨੂੰ ਸ਼ਾਂਤੀ ਬਖਸ਼ਣ ਵਾਲਾ ਹੀ ਮੇਰੀ ਸ਼ਾਂਤੀ ਦਾ ਅਸਲੀ ਕੇਂਦਰ ਬਿੰਦੂ ਹੈ, ਮੇਰਾ ਵੀ ਅੰਦਰ ਉਹਦੀ ਰਹਿਮਤ ਸਦਕਾ ਸ਼ਾਂਤ ਹੋਏਗਾ। ਮੇਰੇ ਅੰਦਰ ਦੀ ਨਿਰਮਲਤਾਈ ਵੀ ਉਹਦੀ ਕਿਰਪਾ ਸਦਕਾ ਬਣ ਸਕਦੀ, ਕਿਉਂਕਿ ਉਹੀ ਨਿਰਮਲਤਾਈ ਤੇ ਪਾਕ ਪਾਵਨਤਾ ਬਖਸ਼ਣ ਵਾਲਾ ਹੈ। ਮਹਾਰਾਜ ਕਹਿੰਦੇ ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ। ਜਿਹੜੀ ਅੰਦਰ ਮੈਲ ਭਰੀ ਹੈ, ਕਿੱਦਾਂ ਮੈਲ ਧੋਤੀ ਜਾ ਸਕਦੀ ਹੈ? ਦਾਤੇ ਦਾ ਨਾਮ ਹੀ ਅੰਦਰ ਦੀ ਮੈਲ ਨੂੰ ਧੋਣ ਵਾਲਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਅਗਲੇ ਸ਼ਲੋਕ 'ਚ ਮਹਾਰਾਜ ਫਰਮਾਨ ਕਰਦੇ ਹਨ, ਨੈ ਸ਼ੀਤਲੰ ਚੰਦਰ ਦੇਵੈ, ਨੈ ਸ਼ੀਤਲੰ ਬਾਵਨ ਚੰਦਨ।
अंदर दी ठंडक किद्दां प्राप्त होए। बाहर ते साडे कोल ठंडक हासिल करन दे बहुत तरह के प्रबंध हैं, क्योंकि पहला जदों गर्मी सारी दिहाड़ी ऐन गर्मी दे दिन ते धुप ते बंदा सूरज ऐन तपश दियां तपदियां उहदियां किरणां पैणियां, बंदे ने तप जाना, सूरज छिपना, चंद्रमा निकलना, कुछ थोड़ बहुत ठंड वरतनी। इस करके सूरज नूं तपश ते चंद्रमा नूं शीतलता का प्रतीक मन्निया गया, ठंडक का प्रतीक। महाराज सच्चे पातशाह कहते हुण ठीक है, बाहर दी कुछ ठंडक ते चंद्रमा दी चांदनी च शीतलता च बनती है, पर जिहड़ी अंदर दी ठंडक है वो कोई बाहर दी चंद्रमा दी चांदनी नहीं दे सकती है। न शीतलंग चंद्र देवै, चंद्रमा भी अंदर नूं ठंड अपड़ाण वाला नहीं है। न शीतलंग बावन चंदन है। ते पिछले दिनी भी आपां चंदन की गल कीती सी कि सप लपेटा मार के रखते हैं, क्योंकि वो बड़ा ठंडा हुंदा है। सप दे अंदर विष जहर हुंदी है, उन्होंने वो चंदन की ठंडक तो ठंडक मिलती है, तो जिहड़ी जहर की तपश है उहदे तो राहत मिलती है। कहण दा भाव कि जिहड़ा चंदन है वो भी ठंडक का प्रतीक है, उन्होंने भी ठंडक हासिल करन दे लई शरीरक तपश नूं मटाण दे लई वरतिया जाता है। हुण महाराज कहंदे जिवें चंद्रमा की चांदनी अंदर नूं ठंडा नहीं कर सकती, उस तरह ये जिहड़ा बावन चंदन है ठीक है बाहरों बड़ा ठंडा होवेगा, पर अंदर नूं ठंड नहीं जे पा सकता, अंदर नूं ठंडा नहीं कर सकता है। न शीतलंग शीत रुतेण, ना ही बाहर दी जिहड़ी शीत रुत है सर्द रुत है वो भी साढ़े अंदर नूं ठंडा नहीं कर सकती। कई बार आपां ये भी गल कीती है कि अत दी ठंड दे विच भी लोग कलपे पे। हुण ठंड है बहुत ज़्यादा, ते वजीर खान तपिया पिया है, सुचानंद तपिया पिया है, बाहरों तो ऐन ठंड है, एसी वाला कमरा हुंदा, बाहर जिहड़ा पीए खड़ा चपड़ासी है वो कहंदा अंदर ना जाओ, अंदर मालक बड़ा गर्म जे। हुण अंदर तो ठंडा है, कमरा तो ठंडा, गर्मी किहड़ी है? वो अंदर दी गर्मी है, क्रोध दी गर्मी, ईरखा दी गर्मी, हंकार दी गर्मी। हुण वो जिहड़ी अंदर दी ईरखा क्रोध ते हंकार दी गर्मी है वह बाहर दे एसी ने थोड़ा ठंडी करनी है। वो तो बंदा एसी रूम दे विच भी अंदरों तपिया कलपिया पिया हुंदा है। महाराज कहंदे अंदर दी ठंडक किद्दां मिले, क्योंकि असी बाहर दी ठंड दे साधन ते बड़े बना लए ने, पर अंदर दी ठंडक किद्दां प्राप्त होवे? अंदर दी ठंडक तो बिना जियो तपत है बारो बार, तप तप खपै बहुत बेकार। बंदा वार वार तपदा, वार वार सड़दा, वार वार झगड़दा, वार वार ईरखा करदा है। सो महाराज वो अंदर दी ठंडक दसदे ने किद्दां मिल सकती है। साहब कहंदे न शीतलंग शीत रुतेण, नानक शीतलंग साध सवज्जन है। साध संगत च जुड़ के, सत संगत च जदों आपां जुड़दे हाँ ते गुरु के शब्द ते गुरु दी बाणी दे नाल जदों जुड़दे हाँ, ते जदों गुरु दी बाणी सानू सिखाउंदी ते समझाउंदी है कि मन अपने ते बुरा मिटाना पेखै, सगल सृष्ट साजना, मंदा किस नू आखी है जा तिस बिन कोई ना है। जदों गुरु की बाणी सानू निमरता च रहना सिखाउंदी है, मिठा बोलना सिखाउंदी है, सहज दा धारनी बन के जीवना सिखाउंदी, जदों ये गुण आपां सिखदे हाँ ते फिर अपने आप अंदर दी जिहड़ी ईरखा दी, द्वैश दी, क्रोध दी अग है वो मुकदी जाती है। सतगुरु कहंदे बिसर गई सब तात पराई। तात दा मतलब की है? ईरखा। ते जिस दे अंदर तात पराई होवे तिस दा कदे ना हो भी भला। जिदे अंदर दूजियां प्रति ईरखा है वो सोचदा दूजे दा माड़ा हुंदा, उहदा अपना माड़ा है। इस करके महाराज कहंदे जिस दे अंदर तात पराई होवे तिस दा कदे ना होवी भला। वो पराई तात दी जिहड़ी अग है वो किदां बुझ सकदी है? बिसर गई सब तात पराई, जब ते साध संगत मोह पाई, ना को बैरी नहीं बेगाना, सगल संग हमको। इनू महाराज कहंदे भाहे बलंदड़ी बुझ गई, रखंदड़ो प्रभ आप। भाहे अग जिहड़ी अंदर बल रही सी
हुण बुझ गई है। किन्ने बुझाई है रखंदड़ो प्रभ आप, जिन उपाई मेदनी नानक सो प्रभ जाप। सत संगत च जुड़िया, गुरु के शब्द नाल जुड़िया, वाहिगुरु दे नाम दे नाल जुड़िया ही अंदर ठंडक बनती है। चंदन चांदना सरद रुत, गुरु अर्जन साहब जैतसरी दी वार अंदर फरमाउंदे ने, चंदन चांदना सरद रुत, मूल ना मिटई घाम, शीतल थीवै नानका जपंदड़ो हर नाम। लाहौर गुरु अर्जन देव महाराज जी नूं तती तवी ते बिठाया गया, उबलदी देग च उबालिया गया, उपर सड़दी बलदी हुई रेत भी जालमा ने पाई। ते महाराज ऐन अडोल ठंडे ठार मुख तो बचन पढ़ते ने, तेरा किया मीठा लागै हर नाम पदार्थ नानक मंगै। दूजे पासे वो लोग हैं जिहड़े ये सारा कुछ जुल्म कर रहे हैं, एक वो हैं जिहड़े गुरु नूं तपाण दी कोशिश कर रहे हैं, एक सतगुरु हैं जिहड़े सारा कुछ ये पिंडे ते हंडाउंदे पए ने। जिहड़े तपाण दी कोशिश कर रहे ने वो ते तप रहे हैं, पर जिन्हां नूं तपाया जा रहा है वो की कहिंदे हन, क्या हुआ तन तप रहा हम शांत हैं हर नाम से। की होया, साडे तन नूं तपाया जा रहा है, हम शांत हैं हर नाम से। असी ते मालक दे नाम च ऐन ठंडे ठार हाँ, कल ताती ਠੰਡਾ ਹਰ ਨਾਉ। ਤੇ ਜਿਹੜਾ ਸੰਗਤ 'ਚ ਜੁੜ ਕੇ ਉਹ ਠੰਡੇ ਨਾਮ ਦੇ ਨਾਲ ਜੁੜਦਾ ਹੈ, ਉਹ ਫਿਰ ਵਾਕਿਆ ਹੀ ਅੰਦਰੋਂ ਠੰਡਾ ਠਾਰ ਨਿਰਮਲ ਤੇ ਸ਼ੀਤਲ ਬਣਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਇਹ ਗੁਰੂ ਕੀ ਬਾਣੀ ਦੇ ਉਪਦੇਸ਼ ਸਾਡੇ ਹਿਰਦੇ 'ਚ ਵਸਣ, ਜਿਹੜੀ ਸਾਡੇ ਅੰਦਰ ਵਿਕਾਰਾਂ ਦੀ ਅੱਗ ਹੈ ਉਹ ਸ਼ਾਂਤ ਹੋਵੇ। ਇੱਦੋਂ ਜਿਹੜਾ ਅਗਲਾ ਸ਼ਲੋਕ ਹੈ ਬਹੁਤ ਕੀਮਤੀ, ਬਹੁਤ ਅਮੋਲਕ ਸ਼ਲੋਕ, ਜੇ ਕੱਲ੍ਹ ਨੂੰ ਸਮੇਂ ਸਿਰ ਜ਼ਰੂਰ ਆਇਓ, ਕਿਉਂਕਿ उस श्लोक अंदर महाराज ने एक साध केड़ा है, सच्चा साध कौन है, उहदे 6 लक्षण दसे हैं कि साध कौन है। कल नूं आपां कोई परखना है कि साध कौन है, क्योंकि अक्सर बाणी च दोवें पक्ष हैं। साध की वडियाई भी की गई है, संत शरण जो जन पर है सो जन उदर नहार, संत की निंदा नानका बहुर बहुर अवतार। संतां साधां दी वडियाई भी है, नाल ये भी कहा गया वो हर के संत ना की है बनारस के ठग। ते बनारस दे ठग किहड़े ने, ते जिन्हां दी कदे निंदिया नहीं करनी वो संत, वो साध किहड़े हन, वो महाराज जी ने इदों अगले श्लोक च बड़े सोहणे प्रमाण उदाहरणां दृष्टांत दे के 6 लक्षण दसे हन साध दे। वो आपां कल नूं विचारना है। सो आप जी ने करीबन 7:15 आपां विचार की आरंभता करते हाँ। आप जी समय सिर हाजरियां भरिया करो ताकि गुरु की समुची बाणी की विचार समझ सकीए, हिरदे च वसा सकीए। भुलां चुकां दी खिमा करनी फतेह परवानो जी। वाहिगुरु जी का खालसा, वाहिगुरु जी की फतेह।